स्टूडेंट्स बेटा हिस्ट्री का लैसन असीं पढ़ रहे हैं द एज ऑफ इंडस्ट्रीलाइजेशन। हुण तक असीं पढ़ के आए हैं प्रोटो इंडस्ट्रीलाइजेशन जो कि अर्ली फेज़ ऑफ इंडस्ट्रीलाइजेशन सी इन इंग्लैंड एंड यूरोप, जिहदे विच असीं रीड कीता सीगा कि किवें जिहड़ा है जो प्रोडक्शन हो रही सी बिना मशीनस तो हो रही सी, बिना फैक्ट्री तो हो रही सीगी, घरां दे विच हो रही सीगी, एक नहीं बल्कि बहुत सारे डोमैसटिक यूनिट्स दे विच हो रही सी, पिंडां दे विच पेजेंट्स कर रहे सीगे और अलग-अलग यूनिट्स ਦੇ ਉੱਪਰ ਉਹ ਪ੍ਰੋਡਕਸ਼ਨ ਹੁੰਦੀ ਸੀ। ਜਿਵੇਂ ਕਿਸੇ ਘਰ ਦੇ ਵਿੱਚ ਜਿਹੜਾ ਹੈ ਆਪਣਾ ਕਾਟਨ ਤੋਂ ਯਾਨ ਥ੍ਰੈਡ ਬਣਾਇਆ ਜਾ ਰਿਹਾ ਹੈ, ਕਿਸੇ ਘਰ ਦੇ ਵਿੱਚ ਜਿਹੜਾ ਹੈ ਆਪਣਾ ਵੀਵਿੰਗ ਦਾ ਕੰਮ ਹੋ ਰਿਹਾ, ਕੱਪੜਾ ਬਣਾਇਆ ਜਾ ਰਿਹਾ। ਉਸ ਤੋਂ ਬਾਅਦ ਮਰਚੈਂਟ ਜਿਹੜਾ ਸੀ ਉਸ ਕੱਪੜੇ ਬਣਾਉਣ ਵਾਲੇ ਕੋਲੋਂ ਕੱਪੜਾ ਲੈ ਕੇ ਅੱਗੇ ਡਿਜ਼ਾਈਨਿੰਗ ਵਾਲੇ ਕੋਲ ਲੈ ਕੇ ਜਾਂਦਾ ਸੀ ਜੋ ਡਿਜ਼ਾਈਨ ਕਰਦਾ ਸੀ, ਫਿਰ ਉਹਨੂੰ ਡਾਇਰ ਕੋਲ ਲੈ ਕੇ ਜਾਂਦਾ ਸੀ ਜੋ ਡਾਈ ਕਰਦਾ ਸੀਗਾ, ਫਿਰ ਉਹਦੀ ਫਿਨਿਸ਼ਿੰਗ ਲੰਡਨ 'ਚ ਹੁੰਦੀ ਸੀਗੀ। ਲੇਕਿਨ ਆਪਾਂ ਨੈਕਸਟ ਟੌਪਿਕ 'ਚ ਦੇਖਾਂਗੇ ਕਮਿੰਗ ਅਪ ਆਫ ਦਾ ਫੈਕਟਰੀ ਦੇ ਵਿੱਚ ਕਿ ਕਿਵੇਂ ਫੈਕਟਰੀਜ਼ ਲੱਗਣ ਲੱਗੀਆਂ ਇੰਗਲੈਂਡ ਦੇ ਵਿੱਚ ਔਰ ਯੂਰਪ ਦੇ ਵਿੱਚ, ਔਰ ਕਿਵੇਂ ਜਿਹੜਾ ਹੈ ਮਸ਼ੀਨਸ ਆਈਆਂ ਜਿਹਦੇ ਨਾਲ ਜਿਹੜਾ ਹੈ ਇੰਗਲੈਂਡ ਔਰ ਯੂਰਪ ਜਿਹੜਾ ਹੈ ਪ੍ਰੋਟੋ ਇੰਡਸਟਰੀਅਲਾਈਜੇਸ਼ਨ ਤੋਂ ਰੀਅਲ ਇੰਡਸਟਰੀਅਲਾਈਜੇਸ਼ਨ ਦੇ ਵੱਲ ਵਧਿਆ ਔਰ ਉਹਦੇ ਨਾਲ ਪ੍ਰੋਡਕਸ਼ਨ ਵੀ ਵਧੀ। ਸੋ ਲੈਟਸ ਸਟਾਰਟ। ਸੋ ਦੱਸ ਰਿਹਾ ਹੈ ਕਹਿੰਦਾ ਦ ਅਰਲੀਐਸਟ ਫੈਕਟਰੀਜ਼ ਇਨ ਇੰਗਲੈਂਡ ਕੇਮ ਅਪ ਬਾਈ ਦਾ 1730s। ਸੋ ਸਭ ਤੋਂ ਜਿਹੜੀਆਂ ਪਹਿਲੀਆਂ ਫੈਕਟਰੀਜ਼ ਇੰਗਲੈਂਡ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਉਹ 1730 ਡੈਕੇਡ ਤੋਂ 1730 ਔਨਵਰਡ ਜਿਹੜਾ ਹੈ ਲੱਗਣੀਆਂ ਸ਼ੁਰੂ ਹੋਈਆਂ ਸੀਗੀਆਂ, ਜਿੱਥੇ ਕਿ ਮਸ਼ੀਨਸ ਨਾਲ ਕੰਮ ਹੋਇਆ। ਬਟ ਇਟ ਵਾਜ਼ ਓਨਲੀ ਇਨ ਦ 18th ਸੈਂਚੁਰੀ ਦੈਟ ਦ ਲੇਟ 18th ਸੈਂਚੁਰੀ ਦੈਟ ਦ ਨੰਬਰ ਆਫ ਫੈਕਟਰੀਜ਼ ਮਲਟੀਪਲਾਈਡ। ਹਾਲਾਂਕਿ 1730 ਪਲੱਸ ਤੋਂ ਜਿਹੜਾ ਹੈ ਫੈਕਟਰੀਜ਼ ਲੱਗਣੀਆਂ ਇੱਕ ਦੋ ਸ਼ੁਰੂ ਹੋ ਗਈਆਂ ਸੀਗੀਆਂ, ਲੇਕਿਨ ਜ਼ਿਆਦਾਤਰ ਜਿਹੜਾ ਨੰਬਰ ਵਧਿਆ ਸੀਗਾ ਫੈਕਟਰੀਜ਼ ਦਾ ਉਹ 18th ਸੈਂਚੁਰੀ ਦੇ ਐਂਡ ਦੇ ਵਿੱਚ ਵਧਿਆ ਸੀਗਾ, ਲਾਈਕ 1780 ਪਲੱਸ। ਅੱਗੇ ਕੀ ਦੱਸਦਾ ਹੈ ਕਹਿੰਦਾ ਫਸਟ ਸਿੰਬਲ ਆਫ ਦ ਨਿਊ ਏਰਾ ਵਾਜ਼ ਕਾਟਨ। ਨਵੇਂ ਯੁੱਗ ਦਾ ਇੰਡਸਟਰੀਲਾਈਜੇਸ਼ਨ ਦੇ ਜਿਹੜਾ ਪਹਿਲਾ ਸਿੰਬਲ ਸੀ ਮੇਨ ਉਹ ਸੀਗਾ ਕਾਟਨ। ਕਾਟਨ 'ਚ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕੀਤੀ ਗਈ ਫੈਕਟਰੀਜ਼ ਦੇ ਵਿੱਚ। ਇਟਸ ਪ੍ਰੋਡਕਸ਼ਨ ਬੂਮਡ ਇਨ ਦ ਲੇਟ 19th ਸੈਂਚੁਰੀ। ਸੋ 19th ਸੈਂਚੁਰੀ ਦੇ ਵਿੱਚ ਐਂਡ ਦੇ ਵਿੱਚ ਇਹਦੀ ਪ੍ਰੋਡਕਸ਼ਨ ਬਹੁਤ ਹੀ ਵੱਧ ਗਈ ਸੀਗੀ। ਅੱਗੇ ਦੱਸਦਾ ਹੈ 1760 ਦੇ ਵਿੱਚ ਬ੍ਰਿਟੇਨ ਜਿਹੜਾ ਹੈ ਇਟ ਵਾਜ਼ ਇੰਪੋਰਟਿੰਗ 2.5 ਮਿਲੀਅਨ ਪਾਊਂਡਸ ਆਫ ਰਾ ਕਾਟਨ ਟੂ ਫੀਡ ਇਟਸ ਕਾਟਨ ਇੰਡਸਟਰੀ। ਹੁਣ ਇੰਗਲੈਂਡ ਜਿਹੜਾ ਹੈ ਬ੍ਰਿਟੇਨ ਜਿਹੜਾ ਹੈ ਕੋਈ ਬਹੁਤਾ ਵੱਡਾ ਦੇਸ਼ ਨਹੀਂ, ਉੱਥੇ ਕੋਈ ਜ਼ਿਆਦਾ ਕਾਟਨ ਜਿਹੜੀ ਗਰੋ ਨਹੀਂ ਸੀ ਹੁੰਦੀ, ਕਾਟਨ ਨੂੰ ਬਾਹਰੋਂ ਮੰਗਵਾਉਂਦੇ ਸੀਗੇ। ਸੋ ਰਾ ਕਾਟਨ ਮੰਗਵਾਉਂਦੇ ਸੀ ਬਾਹਰੋਂ ਕਾਟਨ ਦਾ ਕੱਪੜਾ ਬਣਾਉਣ ਲਈ। ਸੋ ਕਹਿੰਦਾ 1760 ਦੇ ਵਿੱਚ ਬ੍ਰਿਟੇਨ ਜਿਹੜਾ ਹੈ 2.5 ਮਿਲੀਅਨ ਪਾਊਂਡ ਦੀ ਕੱਚੀ ਕਪਾਹ ਜਿਹੜੀ ਹੈ ਰਾ ਕਾਟਨ ਮੰਗਵਾ ਰਿਹਾ ਸੀਗਾ ਦੂਸਰੇ ਕੰਟਰੀਜ਼ ਤੋਂ ਤਾਂ ਕਿ ਆਪਣੀ ਕਾਟਨ ਇੰਡਸਟਰੀ ਨੂੰ ਚਲਾ ਸਕੇ। ਬਾਈ 1787 ਦਿਸ ਇੰਪੋਰਟ ਸੋਡ ਟੂ 22 ਮਿਲੀਅਨ ਪਾਊਂਡਸ ਔਰ 1787 ਦੇ ਵਿੱਚ ਇਹ ਜਿਹੜੀ ਇੰਪੋਰਟ ਸੀਗੀ ਕਾਟਨ ਦੀ 22 ਮਿਲੀਅਨ ਤੱਕ ਵੱਧ ਗਈ, 22 ਮਿਲੀਅਨ ਪਾਊਂਡ ਤੱਕ। ਪਾਊਂਡ ਜਿਹੜੀ ਇੰਗਲੈਂਡ ਦੀ ਕਰੰਸੀ ਹੈ। ਦਿਸ ਇਨਕਰੀਜ਼ ਵਾਜ਼ ਲਿੰਕਡ ਟੂ ਅ ਨੰਬਰ ਆਫ ਚੇਂਜਿਸ ਵਿਦਿਨ ਦ ਪ੍ਰੋਸੈਸ ਆਫ ਪ੍ਰੋਡਕਸ਼ਨ। ਲੈਟ ਅਸ ਲੁੱਕ ਬਰੀਫਲੀ ਐਟ ਸਮ ਆਫ ਦੈਮ। ਸੋ ਕਹਿੰਦਾ ਜਿਹੜਾ ਵਾਧਾ ਹੋਇਆ ਸੀਗਾ ਕਾਟਨ ਇੰਡਸਟਰੀ ਦਾ, ਜਿਹਦੇ 'ਚ ਅਸੀਂ ਦੇਖਿਆ ਕਿ ਕਾਟਨ ਬਹੁਤ ਜ਼ਿਆਦਾ ਇੰਪੋਰਟ ਕੀਤੀ ਜਾ ਰਹੀ ਸੀ ਦੂਜੇ ਦੇਸ਼ਾਂ ਤੋਂ ਤਾਂ ਕਿ ਕਾਟਨ ਇੰਡਸਟਰੀ ਚਲਾਈ ਜਾ ਸਕੇ। ਇਹਦਾ ਪਿੱਛੇ ਕਾਰਨ ਕੀ ਸੀਗਾ, ਕਿਉਂ ਪ੍ਰੋਡਕਸ਼ਨ ਇੰਨੀ ਵੱਧ ਗਈ ਕਾਟਨ ਇੰਡਸਟਰੀ ਦੀ? ਸੋ ਅੱਗੇ ਦੱਸ ਰਿਹਾ ਰੀਜ਼ਨਸ। A series of inventions in the 18th century increased efficacy of each step of production process, carding, twisting, spinning and rolling। ਕਹਿੰਦਾ ਕਿ ਕੁਝ ਨਵੀਆਂ ਖੋਜਾਂ ਹੋਈਆਂ, ਕੁਝ ਮਸ਼ੀਨਸ ਜਿਹੜੀਆਂ ਨੇ ਲਗਾਈਆਂ ਗਈਆਂ ਜਿਹਦੇ ਨਾਲ ਕਿ ਪ੍ਰੋਡਕਸ਼ਨ ਦਾ ਕੰਮ ਜਿਹੜਾ ਕਾਫੀ ਜ਼ਿਆਦਾ ਸਕਸੈਸਫੁਲ, ਕਾਫੀ ਜ਼ਿਆਦਾ ਪ੍ਰਭਾਵਕਾਰੀ ਹੋ ਗਿਆ, ਕਾਫੀ ਜ਼ਿਆਦਾ ਆਸਾਨ ਹੋ ਗਿਆ। ਜਿਵੇਂ ਅਲੱਗ-ਅਲੱਗ ਸਟੈਪ ਸੀ, ਕਾਰਡਿੰਗ, ਟਵਿਸਟਿੰਗ, ਸਪਿਨਿੰਗ, ਰੋਲਿੰਗ, ਜਿਵੇਂ ਆਪਾਂ ਪਹਿਲਾਂ ਪਿੱਛੇ ਸਟੈਪ ਪੜ੍ਹ ਕੇ ਆਏ ਹਾਂ, ਉਹ ਸਾਰੇ ਸਟੈਪਸ ਦੇ ਵਿੱਚ ਪ੍ਰੋਡਕਸ਼ਨ ਕਾਫੀ ਵੱਧ ਗਈ ਨਿਊ ਇਨਵੈਂਸ਼ਨਸ ਦਾ ਕਰਕੇ। ਦੇ ਐਨਹੈਂਸ ਦਾ ਆਊਟਪੁੱਟ ਪਰ ਵਰਕਰ। ਹੁਣ ਪਰ ਵਰਕਰ ਪ੍ਰੋਡਕਸ਼ਨ ਕਾਫੀ ਵੱਧ ਗਈ ਸੀਗੀ ਮਸ਼ੀਨਸ ਨਵੀਆਂ ਦੇ ਕਾਰਨ। ਇਨੇਬਲਿੰਗ ਈਚ ਵਰਕਰ ਟੂ ਪ੍ਰੋਡਿਊਸ ਮੋਰ। ਹਰ ਇੱਕ ਵਰਕਰ ਹੁਣ ਜ਼ਿਆਦਾ ਪ੍ਰੋਡਕਸ਼ਨ ਕਰ ਰਿਹਾ ਸੀਗਾ। ਦੇ ਮੇਡ ਪੋਸੀਬਲ ਦਾ ਪ੍ਰੋਡਕਸ਼ਨ ਆਫ ਸਟਰੋਂਗਰ ਥ੍ਰੈਡਸ ਐਂਡ ਜਾਰਨਸ। ਕੁਆਲਿਟੀ ਵੀ ਅੱਛੀ ਹੋ ਗਈ, ਬਿਹਤਰ ਥ੍ਰੈਡ ਜਿਹੜੇ ਨੇ ਉਹ ਮਸ਼ੀਨਸ ਦੇ ਨਾਲ ਬਣਾਏ ਗਏ। ਰਿਚਰਡ ਆਰਕਰਾਈਟ ਕ੍ਰੀਏਟਡ ਦਾ ਕਾਟਨ ਮਿਲ। ਫਿਰ ਰਿਚਰਡ ਆਰਕਰਾਈਟ ਨੇ ਜਿਹੜਾ ਹੈ ਕਾਟਨ ਦੀ ਜਿਹੜੀ ਇੰਡਸਟਰੀ ਲਗਾਈ, ਕਾਟਨ ਫੈਕਟਰੀ ਲਗਾ ਦਿੱਤੀ। Till this time, as you have seen, cloth production was spread all over the countryside and carried out within the village households। ਔਰ ਫਸਟ ਕਾਟਨ ਮਿਲ ਤੋਂ ਪਹਿਲਾਂ ਜਿਹੜਾ ਹੈ ਇੰਗਲੈਂਡ ਦੇ ਸਾਨੂੰ ਪਤਾ ਹੈ ਕਿ ਘਰਾਂ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਸੀ, ਕੰਟਰੀ ਸਾਈਡ 'ਚ ਪ੍ਰੋਡਕਸ਼ਨ ਹੁੰਦੀ ਸੀ, ਲੇਕਿਨ ਹੁਣ ਹਾਲਾਤ ਬਦਲ ਰਹੇ ਸੀਗੇ, ਪ੍ਰੋਡਕਸ਼ਨ ਵੀ ਵੱਧ ਗਈ ਸੀ। ਬਟ ਨਾਓ ਦਾ ਕੋਸਟਲੀ ਨਿਊ ਮਸ਼ੀਨਸ ਕੁਡ ਬੀ ਪਰਚੇਜ਼, ਸੈਟ ਅਪ ਐਂਡ ਮੇਨਟੇਨਡ ਇਨ ਦ ਮਿਲ। ਹੁਣ ਮਿਲ ਦੇ ਵਿੱਚ ਮੀਨਸ ਫੈਕਟਰੀ ਦੇ ਵਿੱਚ ਜਿਹੜਾ ਹੈ ਮਹਿੰਗੀਆਂ ਮਸ਼ੀਨਸ ਲਗਾਈਆਂ ਜਾਂਦੀਆਂ ਸੀਗੀਆਂ ਔਰ ਪ੍ਰੋਡਕਸ਼ਨ ਬੂਮ ਅਪ ਹੋ ਗਈ, ਵੱਧ ਗਈ। ਹਾਂਜੀ ਨੈਕਸਟ ਤੁਹਾਨੂੰ ਪਿਕਚਰ ਦਿਖਾਈ ਗਈ ਹੈ ਫਿਗਰ 4 ਦੇ ਵਿੱਚ ਲੈਂਕਾਸ਼ਾਇਰ ਕਾਟਨ ਮਿਲ ਦੀ ਪੇਂਟਿੰਗ ਹੈ। ਤੁਸੀਂ ਦੇਖ ਸਕਦੇ ਆ ਕਿ ਕਿਵੇਂ ਇਲੈਕਟ੍ਰੋਕਿਊਟਡ ਕੀਤੀ ਗਈ ਹੈ, ਜੋ ਹੈ ਇਲੂਮੀਨੇਸ਼ਨ ਦਿਖਾਈ ਦੇ ਰਹੀ ਹੈ, ਰਾਤ ਨੂੰ ਵੀ ਫੈਕਟਰੀ ਚੱਲ ਰਹੀ ਹੈ, ਨਾਈਟ ਸ਼ਿਫਟਸ ਚੱਲ ਰਹੀਆਂ ਨੇ, ਜੋ ਕਿ ਦੱਸ ਰਿਹਾ ਹੈ ਕਿ ਕਿਵੇਂ ਪ੍ਰੋਡਕਸ਼ਨ ਮਲਟੀਪਲਾਈਡ ਹੋਈ ਔਰ ਕਿਵੇਂ ਮਲਟੀਪਲ ਸ਼ਿਫਟਸ ਵਿੱਚ ਵਰਕਰਸ ਨੇ ਕੰਮ ਕੀਤਾ।
हाँ जी, नैक्सट पेज ਇਹਦੇ 'ਚ ਕੀ ਦੱਸ ਰਿਹਾ, ਕਹਿੰਦਾ ਵਿਦ ਇਨ ਦ ਮਿਲ ਆਲ ਦ ਪ੍ਰੋਸੈਸਿਸ ਵਰ ਬ੍ਰੌਟ ਟੂਗੈਦਰ ਅੰਡਰ ਵਨ ਰੂਫ ਐਂਡ ਮੈਨੇਜਮੈਂਟ। ਪਹਿਲਾਂ ਅਲੱਗ-ਅਲੱਗ ਜਗ੍ਹਾ ਤੇ ਪ੍ਰੋਡਕਸ਼ਨ ਹੁੰਦੀ ਸੀ ਕੰਟਰੀ ਸਾਈਡ ਦੇ ਵਿੱਚ, ਕਿਤੇ ਧਾਗਾ ਬਣ ਰਿਹਾ, ਕਿਤੇ ਕੱਪੜਾ ਬਣ ਰਿਹਾ, ਕਿਤੇ ਡਾਈ ਹੋ ਰਿਹਾ, ਲੇਕਿਨ ਹੁਣ ਇਹ ਸਾਰਾ ਕੰਮ, ਸਾਰੇ ਸਟੈਪਸ ਜਿਹੜੇ ਸੀ ਇੱਕ ਹੀ ਫੈਕਟਰੀ ਦੇ ਵਿੱਚ ਇੱਕ ਹੀ ਰੂਫ ਦੇ ਵਿੱਚ ਹੋਣ ਲੱਗ ਗਏ ਸੀਗੇ। ਸੋ ਕਾਫੀ ਕਨਵੀਨੀਅੰਟ ਸੀਗਾ। ਦਿਸ ਅਲਾਉਡ ਅ ਮੋਰ ਕੇਅਰਫੁਲ ਸੁਪਰਵਿਜ਼ਨ ਓਵਰ ਦਾ ਪ੍ਰੋਡਕਸ਼ਨ ਪ੍ਰੋਸੈਸ, a watch over quality and the regulation of labor, all of which had been difficult to do when the production was in the countryside। ਪਹਿਲਾਂ ਅਲੱਗ-ਅਲੱਗ ਯੂਨਿਟਸ ਪ੍ਰੋਡਕਸ਼ਨ ਹੁੰਦੀ ਸੀ ਕੰਟਰੀ ਸਾਈਡ ਦੇ ਵਿੱਚ, ਆਪਾਂ ਦੇਖਿਆ ਨਾ ਪ੍ਰੋਟੋ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਕਿ ਉੱਥੇ ਪ੍ਰੋਡਕਸ਼ਨ ਜਿਹੜੀ ਸੀ ਅਲੱਗ-ਅਲੱਗ ਯੂਨਿਟਸ 'ਚ ਹੁੰਦੀ ਸੀਗੀ। ਸੋ ਮਾਲਕ ਵਾਸਤੇ ਨਿਗਰਾਨੀ ਰੱਖਣਾ ਮੁਸ਼ਕਿਲ ਸੀਗਾ, ਕੁਆਲਿਟੀ ਮਾੜੀ ਰਹਿ ਜਾਂਦੀ ਸੀ ਕਈ ਵਾਰ। ਲੇਕਿਨ ਹੁਣ ਇੱਕ ਹੀ ਫੈਕਟਰੀ 'ਚ ਕੰਮ ਹੁੰਦਾ ਸੀ ਤਾਂ ਜਿਹੜਾ ਓਨਰ ਸੀਗਾ ਜਾਂ ਸੁਪਰਵਾਈਜ਼ਰ ਸੀ ਉਹ ਸੁਪਰਵਾਈਜ਼ ਕਰ ਸਕਦਾ ਸੀ ਕੁਆਲਿਟੀ ਨੂੰ। ਔਰ ਮੋਰ ਓਵਰ ਹੁਣ ਲੇਬਰ ਦੇ ਜਿਹੜੇ ਰੂਲ ਸੀਗੇ ਉਹ ਵੀ ਆਉਣੇ ਸ਼ੁਰੂ ਹੋ ਗਏ, ਕਾਨੂੰਨ ਬਣਨੇ ਸ਼ੁਰੂ ਹੋ ਗਏ। ਸੋ ਇਹ ਲੇਬਰਸ ਲਈ ਵੀ ਥੋੜਾ ਆਸਾਨ ਹੋਇਆ ਔਰ ਆਪਣਾ ਓਨਰਸ ਵਾਸਤੇ ਵੀ ਕਾਫੀ ਆਸਾਨ ਸੀ। ਇਨ ਦ ਲੇਟ 19th ਸੈਂਚੁਰੀ ਫੈਕਟਰੀਜ਼ ਇਨਕਰੀਜ਼ਿੰਗਲੀ ਬਿਕੇਮ ਐਨ ਇੰਟੀਮੇਟ ਪਾਰਟ ਆਫ ਦਾ ਇੰਗਲਿਸ਼ ਲੈਂਡਸਕੇਪ। 19th ਸੈਂਚੁਰੀ ਦੀ ਬਿਗਨਿੰਗ ਦੇ ਵਿੱਚ ਮੀਨਸ 1800 ਔਨਵਰਡਸ ਕੀ ਹੋਇਆ ਕਿ ਹੁਣ ਜਿਹੜਾ ਹੈ ਇੰਗਲੈਂਡ ਦੇ ਵਿੱਚ ਫੈਕਟਰੀਜ਼ ਦਾ ਹੋਣਾ ਇੱਕ ਜਿਹੜਾ ਹੈ ਆਮ ਗੱਲ ਬਣ ਗਈ ਸੀ, ਇੱਕ ਅਟੁੱਟ ਅੰਗ ਬਣ ਗਿਆ ਸੀਗਾ ਫੈਕਟਰੀਜ਼ ਜਿਹੜੀਆਂ ਸੀ ਇੰਗਲਿਸ਼ ਲੈਂਡਸਕੇਪ ਦਾ। ਕਾਫੀ ਪੇਂਟਿੰਗਸ ਬਣਾਈਆਂ ਗਈਆਂ ਫੈਕਟਰੀਜ਼ ਦੇ ਉੱਪਰ ਵੀ। ਸੋ ਵਿਜ਼ੀਬਲ ਵਰ ਦ ਇੰਪੋਜ਼ਿੰਗ ਨਿਊ ਮਿਲਸ ਐਂਡ ਸੋ ਮੈਜੀਕਲ ਸੀਮ ਟੂ ਬੀ ਦ ਪਾਵਰ ਆਫ ਨਿਊ ਟੈਕਨੋਲੋਜੀ ਦੈਟ ਕੰਟੈਂਪਰਰੀਜ਼ ਵਰ ਡੈਜ਼ਰਟ। ਉਸ ਟਾਈਮ ਦੇ ਲੋਕ ਜਿਹੜੇ ਸੀਗੇ ਉਹ ਹੈਰਾਨ ਰਹਿ ਗਏ ਸੀਗੇ ਫੈਕਟਰੀਜ਼ ਨੂੰ ਦੇਖ ਕੇ, ਫੈਕਟਰੀਜ਼ ਦੀ ਸ਼ਾਈਨਿੰਗ ਦੇਖ ਕੇ। They concentrated their attention on the mills, almost forgetting the by-lanes and workshops where production still continued। ਸੋ ਲੋਕ ਜਿਹੜੇ ਨੇ ਉਹ ਫੈਕਟਰੀਜ਼ ਨੂੰ ਦੇਖ ਕੇ ਇੰਨੇ ਅਟਰੈਕਟਿਵ ਹੋਏ ਕਿ ਉਹ ਭੁੱਲ ਹੀ ਗਏ ਕਿ ਅਜੇ ਵੀ ਕੁਝ ਜਗ੍ਹਾ ਦੇ ਉੱਪਰ ਪ੍ਰੋਟੋ ਇੰਡਸਟਰੀਅਲਾਈਜੇਸ਼ਨ ਸਿਸਟਮ ਚੱਲ ਰਿਹਾ ਸੀਗਾ। ਹਾਲਾਂਕਿ ਫੈਕਟਰੀਜ਼ ਆ ਗਈਆਂ ਸੀਗੀਆਂ ਲੇਕਿਨ ਅਜੇ ਵੀ ਉਹ ਪੁਰਾਣਾ ਸਿਸਟਮ ਜਿਹੜਾ ਹੈ ਉਹ ਕਈ ਜਗ੍ਹਾ ਦੇ ਉੱਪਰ ਚੱਲ ਰਿਹਾ ਸੀ। ਅਜੇ ਵੀ ਕੁਝ ਲੋਕ ਜਿਹੜੇ ਸੀਗੇ ਪੁਰਾਣੇ ਤਰੀਕੇ ਦੇ ਨਾਲ ਹੱਥ ਨਾਲ ਪ੍ਰੋਡਕਸ਼ਨ ਕਰ ਰਹੇ ਸੀਗੇ, ਲੇਕਿਨ ਹੌਲੀ ਹੌਲੀ ਇੰਡਸਟਰੀਜ਼ ਨੇ ਉਹਨਾਂ ਨੂੰ ਟੇਕ ਓਵਰ ਕਰ ਲਿਆ। ਸੋ ਨੀਚੇ ਤੁਸੀਂ ਫਿਗਰ 5 ਦੇਖ ਸਕਦੇ ਆ ਮੈਨਚੈਸਟਰ ਸਿਟੀ ਦੀ, ਜੋ ਕਿ ਕਾਫੀ ਫੇਮਸ ਸਿਟੀ ਹੈ ਇੰਗਲੈਂਡ ਦਾ। ਔਰ ਇੰਡਸਟਰੀਅਲ ਮੈਨਚੈਸਟਰ ਜਿਹੜਾ ਹੈ ਪੇਂਟਿੰਗ ਜਿਹੜੀ ਕੀਤੀ ਗਈ ਹੈ 1857 ਦੇ ਵਿੱਚ ਲੰਡਨ ਨਿਊਜ਼ ਦੇ ਵਿੱਚ। ਹਾਂਜੀ, ਨੈਕਸਟ ਜਿਹੜਾ ਟੌਪਿਕ ਹੈ ਤੁਸੀਂ ਦੇਖ ਸਕਦੇ ਹੋ ਦ ਪੇਸ ਆਫ ਇੰਡਸਟਰੀਅਲ ਚੇਂਜ। ਜੋ ਇੰਡਸਟਰੀਅਲ ਚੇਂਜ ਹੋਈ ਸੀਗੀ ਫਰੋਮ ਪ੍ਰੋਟੋ ਇੰਡਸਟਰੀਅਲਾਈਜੇਸ਼ਨ ਟੂ ਫੈਕਟਰੀ ਇੰਡਸਟਰੀਜ਼, ਉਹਦੇ ਵਿੱਚ ਜਿਹੜੀ ਪੇਸ ਸੀਗੀ ਉਹਦੇ ਬਾਰੇ ਡਿਸਕਸ ਕਰਾਂਗੇ ਕਿ ਕਿੰਨੀ ਕੁ ਤੇਜ਼ੀ ਦੇ ਨਾਲ ਜਿਹੜਾ ਹੈ ਇਹ ਜਿਹੜੀ ਚੇਂਜ ਆਈ ਸੀਗੀ। How rapid was the process of industrialization? Does industrialization mean only the growth of factory industries? ਕਿ ਕਿੰਨੀ ਕੁ ਤੇਜ਼ੀ ਨਾਲ ਇਹ ਚੇਂਜ ਹੋਈ ਤਾਂ ਕੀ, ਔਰ ਇਹ ਵੀ ਦੇਖਾਂਗੇ ਕਿ ਫੈਕਟਰੀ ਇੰਡਸਟਰੀਜ਼ ਨੇ ਇੱਕਦਮ ਓਵਰਟੇਕ ਕਰ ਲਿਆ ਸੀ ਪੁਰਾਣੇ ਸਿਸਟਮ ਨੂੰ। ਹਾਂਜੀ, ਨੰਬਰ 1 ਦ ਮੋਸਟ ਡਾਇਨਾਮਿਕ ਇੰਡਸਟਰੀਜ਼ ਇਨ ਬ੍ਰਿਟੇਨ ਵਰ ਕਲੀਅਰਲੀ ਕਾਟਨ ਐਂਡ ਮੈਟਲਸ। ਸਭ ਤੋਂ ਜ਼ਿਆਦਾ ਜਿਹੜਾ ਹੈ ਜੋ ਇੰਡਸਟਰੀ ਚੱਲ ਰਹੀ ਸੀ ਸ਼ੁਰੂਆਤ ਦੇ ਵਿੱਚ ਬ੍ਰਿਟੇਨ 'ਚ ਉਹ ਸੀ ਕਾਟਨ ਇੰਡਸਟਰੀ ਔਰ ਮੈਟਲ ਇੰਡਸਟਰੀ, ਜਿਵੇਂ ਆਇਰਨ ਤੇ ਸਟੀਲ ਇੰਡਸਟਰੀ ਹੁੰਦੀ ਹੈ, ਮੈਟਲ ਇੰਡਸਟਰੀ। ਸੋ ਕਹਿੰਦਾ ਸ਼ੁਰੂਆਤ ਦੇ ਵਿੱਚ ਜਿਹੜਾ ਕਾਟਨ ਸੈਕਟਰ ਸੀਗਾ ਕਾਫੀ ਰੈਪਿਡ ਪੇਸ ਦੇ ਨਾਲ ਵਧਿਆ ਸੀਗਾ। ਕਾਟਨ ਇੰਡਸਟਰੀ ਕਾਫੀ ਜ਼ਿਆਦਾ ਪਪੂਲਰ ਸੀਗੀ 1840s ਤੱਕ, ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਹੌਲੀ ਹੌਲੀ ਆਇਰਨ ਤੇ ਸਟੀਲ ਇੰਡਸਟਰੀ ਜਿਹੜੀ ਹੈ ਉਹਨੇ ਆਪਣੀ ਸਪੀਡ ਵਧਾ ਲਈ ਪ੍ਰੋਡਕਸ਼ਨ ਦੀ। ਇਹਦਾ ਕਾਰਨ ਕੀ ਸੀਗਾ ਕਿ ਰੇਲਵੇਜ਼ ਦਾ ਕਾਫੀ ਐਕਸਪੈਂਸ਼ਨ ਹੋ ਰਿਹਾ ਸੀ ਇੰਗਲੈਂਡ 'ਚ। ਰੇਲਵੇ ਜਿਹੜੀ ਸੀ ਲੇ ਡਾਊਨ ਕੀਤੀ ਗਈ। ਮੋਰ ਓਵਰ 1860s ਦੇ ਵਿੱਚ ਜਿਹੜੀਆਂ ਕਾਲੋਨੀਜ਼ ਸੀਗੀਆਂ, ਜਿਹੜੇ ਦੇਸ਼ ਸੀ ਇੰਗਲੈਂਡ ਦੇ ਅੰਡਰ, ਉਹਨਾਂ ਦੇ ਵਿੱਚ ਵੀ ਰੇਲਵੇ ਲਾਈਨ ਵਿਛਾਈਆਂ ਗਈਆਂ, ਜਿਵੇਂ ਇੰਡੀਆ ਵੀ ਸੀ ਉਹਨਾਂ ਦੇ ਵਿੱਚ। ਸੋ ਜਿਸ ਕਰਕੇ ਆਇਰਨ ਤੇ ਸਟੀਲ ਦੀ ਡਿਮਾਂਡ ਕਾਫੀ ਵੱਧ ਗਈ ਸੀਗੀ। ਸੋ ਅੱਗੇ ਦੱਸ ਰਿਹਾ ਕਹਿੰਦਾ 1873 ਈਅਰ ਤੱਕ ਜਿਹੜਾ ਹੈ ਇੰਗਲੈਂਡ ਸੀਗਾ ਉਹ ਹੁਣ ਆਇਰਨ ਤੇ ਸਟੀਲ 77 ਮਿਲੀਅਨ ਪਾਊਂਡ ਦੀ ਐਕਸਪੋਰਟ ਕਰ ਰਿਹਾ ਸੀ ਦੂਸਰੇ ਦੇਸ਼ਾਂ ਨੂੰ, ਜੋ ਕਿ ਕਾਟਨ ਦੀ ਐਕਸਪੋਰਟ ਤੋਂ ਡਬਲ ਸੀਗਾ। ਸੋ ਆਇਰਨ ਐਂਡ ਸਟੀਲ ਇੰਡਸਟਰੀ ਨੇ ਇੱਕਦਮ ਓਵਰਟੇਕ ਕਰ ਲਿਆ ਕਾਟਨ ਇੰਡਸਟਰੀ ਨੂੰ। ਸੈਕੰਡ ਥਿੰਗ ਦੱਸ ਰਿਹਾ ਉਹ ਦ ਨਿਊ ਇੰਡਸਟਰੀਜ਼ ਕੁਡ ਨਾਟ ਈਜ਼ੀਲੀ ਡਿਸਪਲੇਸ ਟ੍ਰੈਡੀਸ਼ਨਲ ਇੰਡਸਟਰੀਜ਼। ਲੇਕਿਨ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਨਵੀਆਂ ਇੰਡਸਟਰੀ, ਫੈਕਟਰੀ ਇੰਡਸਟਰੀ ਜਿਹੜੀ ਸੀ ਇਹਨੇ ਪ੍ਰੋਟੋ ਇੰਡਸਟਰੀ ਨੂੰ ਇੱਕਦਮ ਓਵਰਟੇਕ ਨਹੀਂ ਸੀ ਕੀਤਾ। ਉਹਦੇ ਕੁਝ ਰੀਜ਼ਨਸ ਦੱਸ ਰਿਹਾ ਹੈ। ਕਹਿੰਦਾ ਕਿ ਜਿਵੇਂ 20% ਤੋਂ ਵੀ ਘੱਟ ਜਿਹੜੇ ਵਰਕਰ ਸੀਗੇ ਉਸ ਫੈਕਟਰੀ ਇੰਡਸਟਰੀ 'ਚ ਸੀਗੇ, ਬਾਕੀ ਜ਼ਿਆਦਾਤਰ ਜਿਹੜੇ ਵਰਕਰ ਸੀਗੇ ਉਹ ਪੁਰਾਣੀਆਂ ਇੰਡਸਟਰੀ ਦੇ ਵਿੱਚ ਸੀਗੇ, ਮੈਨੂਅਲ ਇੰਡਸਟਰੀ ਸੀਗੇ। ਜਿਵੇਂ ਦੱਸ ਰਿਹਾ ਹੈ a large portion of the output was produced not within the factories but outside within domestic units। ਸੋ ਟੈਕਸਟਾਈਲ ਇੰਡਸਟਰੀ ਦੀ ਐਗਜ਼ਾਮਪਲ ਦੇ ਰਿਹਾ ਹੈ ਕਿ ਕੱਪੜਾ ਜਿਹੜਾ ਸੀਗਾ ਉਹਦਾ ਜ਼ਿਆਦਾਤਰ ਜਿਹੜੀ ਪ੍ਰੋਡਕਸ਼ਨ ਸੀ ਅਜੇ ਵੀ ਘਰੇਲੂ ਯੂਨਿਟਸ ਦੇ ਵਿੱਚ, ਪਿੰਡਾਂ ਦੇ ਵਿੱਚ ਹੋ ਰਹੀ ਸੀ, ਚਾਹੇ ਕਿ ਫੈਕਟਰੀਜ਼ ਆ ਗਈਆਂ ਸੀਗੀਆਂ। ਥਰਡ ਨੰਬਰ ਕਹਿੰਦਾ ਦਾ ਪੇਸ of change in the traditional industries was not set by steam powered cotton or metal industries, but they did not remain entirely stagnant either।
ਸੋ ਕਹਿੰਦਾ ਹੈ ਕਿ ਜਿਹੜੀ ਟ੍ਰੈਡੀਸ਼ਨਲ ਇੰਡਸਟਰੀ ਸੀ ਉਹਦੇ ਉੱਪਰ ਥੋੜ੍ਹਾ ਪ੍ਰਭਾਵ ਪਿਆ ਸੀਗਾ ਫੈਕਟਰੀਜ਼ ਦੇ ਆਉਣ ਨਾਲ, ਲੇਕਿਨ ਅਜੇ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਕੱਢ ਸਕਦੇ ਕਿ ਜਿਹੜੀ ਪੁਰਾਣੀ ਟ੍ਰੈਡੀਸ਼ਨਲ ਇੰਡਸਟਰੀ ਸੀ, ਪ੍ਰੋਟੋ ਇੰਡਸਟਰੀਅਲ ਇੰਡਸਟਰੀ ਸੀਗੀ, ਉਹ ਬਿਲਕੁਲ ਖਤਮ ਹੋ ਗਈ ਸੀ। Seemingly ordinary and small innovations were the basis of growth in many of the mechanized sectors such as food processing, building, pottery, glasswork, tanning, furniture making and production of implements। ਅਜੇ ਵੀ ਜਿਹੜਾ ਹੈ ਕੁਝ ਨਾਨ ਮੈਕਨਾਈਜ਼ਡ ਸੈਕਟਰ ਜਿਹੜੇ ਸੀਗੇ ਕਾਫੀ ਪ੍ਰੋਡਕਸ਼ਨ ਕਰ ਰਹੇ ਸੀ, ਜਿਵੇਂ ਕਿ ਫੂਡ ਪ੍ਰੋਸੈਸਿੰਗ ਹੈ, ਬਿਲਡਿੰਗ ਹੈ, ਕੱਪ ਭਾਂਡੇ ਬਣਾਉਣਾ ਹੈ, ਗਲਾਸ ਵਰਕ ਸੀਗਾ, ਚਮੜੇ ਦਾ ਕੰਮ ਸੀ, ਫਰਨੀਚਰ ਦਾ ਕੰਮ ਸੀ, ਇੰਪਲੀਮੈਂਟਸ ਬਣਾਉਣ ਦਾ ਕੰਮ ਸੀ, ਅਜੇ ਵੀ ਜਿਹੜਾ ਹੈ ਇਹ ਮੈਨੂਅਲ ਤਰੀਕੇ ਦੇ ਨਾਲ ਹੋ ਰਿਹਾ ਸੀਗਾ। ਨੈਕਸਟ ਪੁਆਇੰਟ, ਫੋਰਥ ਪੁਆਇੰਟ 'ਚੋਂ ਦੱਸਦਾ ਹੈ ਕਿ ਟੈਕਨੋਲੋਜੀਕਲ ਚੇਂਜ ਜਿਹੜੀ ਸੀਗੀ ਇਹ ਬਹੁਤ ਹੌਲੀ ਹੌਲੀ ਆਈ ਸੀ, ਇੱਕਦਮ ਨਹੀਂ ਸੀ ਆਈ। ਜਿਵੇਂ ਕਹਿੰਦਾ ਕਿ ਨਿਊ ਟੈਕਨੋਲੋਜੀ ਵਾਜ਼ ਐਕਸਪੈਂਸਿਵ। ਇਹਦਾ ਕਾਰਨ ਕੀ ਸੀਗਾ ਕਿ ਨਵੀਂ ਟੈਕਨੋਲੋਜੀ, ਨਵੀਆਂ ਮਸ਼ੀਨਾਂ ਮਹਿੰਗੀਆਂ ਸੀਗੀਆਂ। ਮਰਚੈਂਟਸ ਐਂਡ ਇੰਡਸਟਰੀਅਲਿਸਟ ਵਰ ਕੌਸ਼ੀਅਸ ਅਬਾਊਟ ਯੂਜ਼ਿੰਗ ਇਟ। ਸੋ ਕਈ ਵਪਾਰੀ ਮਹਿੰਗੀਆਂ ਮਸ਼ੀਨਾਂ ਨਹੀਂ ਸੀ ਖਰੀਦ ਪਾਉਂਦੇ। ਮਸ਼ੀਨਸ ਆਫਨ ਬ੍ਰੋਕ ਡਾਊਨ। ਮਸ਼ੀਨਾਂ ਦੀ ਇਹ ਵੀ ਗਲਤ ਚੀਜ਼ ਸੀਗੀ ਕਿ ਮਸ਼ੀਨਾਂ ਅਕਸਰ ਖਰਾਬ ਹੋ ਜਾਂਦੀਆਂ ਸੀ, ਰਿਪੇਅਰ ਬੜੀ ਮਹਿੰਗੀ ਸੀਗੀ। ਸੋ ਜਿਸ ਕਰਕੇ ਬਹੁਤ ਸਾਰੇ ਜਿਹੜੇ ਮਰਚੈਂਟ ਸੀਗੇ ਜਾਂ ਮੈਨੂਫੈਕਚਰਰ ਸੀਗੇ ਉਹ ਮਸ਼ੀਨਸ ਲਗਾਉਣ ਤੋਂ ਗੁਰੇਜ਼ ਕਰ ਰਹੇ ਸੀ, ਝਿਜਕ ਰਹੇ ਸੀਗੇ। ਨੈਕਸਟ ਉਹ ਦੱਸਦਾ ਹੈ ਕੰਸੀਡਰ ਦਾ ਕੇਸ ਆਫ ਸਟੀਮ ਇੰਜਨ। ਸਟੀਮ ਇੰਜਨ ਦਾ ਕੇਸ ਕਹਿੰਦਾ ਲੈ ਲਓ ਕਿ ਪਹਿਲਾਂ ਨਿਊ ਕਾਮਨ ਨੇ ਜਿਹੜਾ ਹੈ ਸਟੀਮ ਇੰਜਨ ਜਦੋਂ ਇਨਵੈਂਟ ਕੀਤਾ, ਉਸ ਤੋਂ ਬਾਅਦ ਜੇਮਸ ਵਾਟ ਨੇ ਉਸ ਸਟੀਮ ਇੰਜਨ ਨੂੰ ਥੋੜ੍ਹਾ ਇੰਪਰੂਵ ਕਰਕੇ ਨਵਾਂ ਸਟੀਮ ਇੰਜਨ ਬਣਾਇਆ 1781 ਦੇ ਵਿੱਚ। ਉਸ ਤੋਂ ਬਾਅਦ ਉਹਦੇ ਫਰੈਂਡ ਮੈਥਿਊ ਬੋਲਟਨ ਨੇ ਜਿਹੜਾ ਹੈ ਇੱਕ ਨਵਾਂ ਮਾਡਲ ਤਿਆਰ ਕਰ ਦਿੱਤਾ ਸਟੀਮ ਇੰਜਨ ਦਾ। ਬਟ ਫॉर ਈਅਰਸ ਹੀ ਕੁਡਨਟ ਫਾਈਂਡ ਨੋ ਬਾਇਰਸ। ਸੋ ਕਾਫੀ ਅੱਛਾ ਸਟੀਮ ਇੰਜਨ ਬਣਾਇਆ ਸੀ ਇਹਨਾਂ ਨੇ, ਲੇਕਿਨ ਕਈ ਸਾਲ ਤੱਕ ਉਹਨਾਂ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲਿਆ। ਐਗਜ਼ਾਮਪਲ ਦੇ ਰਿਹਾ ਕਿ ਲੋਕ ਕਿਵੇਂ ਡਰਦੇ ਸੀ ਨਵੀਂ ਟੈਕਨੋਲੋਜੀ ਨੂੰ ਅਡੋਪਟ ਕਰਨ ਤੋਂ। ਐਟ ਦ ਬਿਗਨਿੰਗ ਆਫ ਦ 19th century there were no more than 321 steam engines all over England। ਸੋ ਕਹਿੰਦਾ ਕਿ 19th century ਦੀ ਬਿਗਨਿੰਗ ਦੇ ਵਿੱਚ ਪੂਰੇ ਇੰਗਲੈਂਡ ਦੇ ਵਿੱਚ ਸਿਰਫ ਆਲਮੋਸਟ 321 ਸਟੀਮ ਇੰਜਨਸ ਯੂਜ਼ ਕੀਤੇ ਜਾ ਰਹੇ ਸੀਗੇ, ਔਰ ਉਹਨਾਂ ਦੇ ਵਿੱਚੋਂ 80 ਜਿਹੜੇ ਸਟੀਮ ਇੰਜਨ ਸੀ ਕਾਟਨ ਇੰਡਸਟਰੀ 'ਚ ਲੱਗੇ ਹੋਏ ਸੀ, 9 ਜਿਹੜੇ ਸੀ ਵੂਲ ਇੰਡਸਟਰੀ 'ਚ ਲੱਗੇ ਹੋਏ ਸੀ, ਔਰ ਬਾਕੀ ਦੇ ਜਿਹੜੇ ਸਟੀਮ ਇੰਜਨ ਸੀਗੇ ਮਾਈਨਿੰਗ ਵਿੱਚ, ਕੈਨਲ ਵਰਕਸ ਦੇ ਵਿੱਚ, ਆਇਰਨ ਵਰਕਸ ਦੇ ਵਿੱਚ ਲੱਗੇ ਹੋਏ ਸੀਗੇ। ਕਹਿੰਦਾ ਸਟੀਮ ਇੰਜਨਸ ਵਰ ਨਾਟ ਯੂਜ਼ਡ ਇਨ ਐਨੀ ਆਫ ਦ ਅਦਰ ਇੰਡਸਟਰੀਜ਼ ਟਿਲ ਮਚ ਲੇਟਰ ਇਨ ਦ ਸੈਂਚਰੀ। ਸੋ ਕਹਿੰਦਾ ਇਹਨਾਂ ਤੋਂ ਬਿਨਾਂ ਹੋਰ ਕਿਸੇ ਇੰਡਸਟਰੀ ਦੇ ਵਿੱਚ ਸਟੀਮ ਇੰਜਨ ਅਜੇ ਲਗਾਏ ਨਹੀਂ ਗਏ ਸੀਗੇ, ਕਿਉਂਕਿ ਲੋਕ ਡਰਦੇ ਸੀਗੇ ਕਿ ਜਿਹੜੀ ਟੈਕਨੋਲੋਜੀ ਹੈ ਪਤਾ ਨਹੀਂ ਕਿਵੇਂ ਦੀ ਹੋਏਗੀ, ਔਰ ਮਹਿੰਗੀ ਵੀ ਸੀਗੀ। Even the most powerful new technology that enhanced the productivity of labor manifold was slow to be accepted by industrialists। ਸੋ ਇਹਨਾਂ ਕਾਰਨਾਂ ਦਾ ਕਰਕੇ ਜਿਹੜੇ ਇੰਡਸਟਰੀ ਓਨਰ ਸੀਗੇ ਉਹ ਇਸ ਵਧੀਆ ਟੈਕਨੋਲੋਜੀ ਨੂੰ ਵੀ ਅਪਣਾ ਨਹੀਂ ਸੀ ਰਹੇ, ਕਿਉਂਕਿ ਉਹਨਾਂ ਦੇ ਮਨ ਵਿੱਚ ਡਰ ਸੀਗਾ। ਸੋ ਅੱਗੇ ਉਹ ਦੱਸਦਾ ਹੈ historians now have come to increasingly recognize that the typical worker in the mid 19th century was not a machine operator but the traditional craftsperson and laborer। ਸੋ ਇਸ ਕਾਰਨ ਇਤਿਹਾਸਕਾਰ ਮੰਨਦੇ ਨੇ ਕਿ ਇਸ ਟਾਈਮ ਦੇ ਵਿੱਚ ਵੀ ਮਿਡ 19th ਸੈਂਚਰੀ ਦੇ ਵਿੱਚ ਵੀ ਚਾਹੇ ਕਿ ਫੈਕਟਰੀਜ਼ ਆ ਗਈਆਂ ਸੀ, ਮਸ਼ੀਨਸ ਆ ਗਈਆਂ ਸੀ, ਅਜੇ ਵੀ ਜਿਹੜਾ ਹੈ ਜ਼ਿਆਦਾਤਰ ਕਾਫੀ ਹੱਦ ਤੱਕ ਪ੍ਰੋਡਕਸ਼ਨ ਦਾ ਕੰਮ ਜਿਹੜਾ ਹੈ ਉਹ ਟ੍ਰੈਡੀਸ਼ਨਲ ਤਰੀਕੇ ਨਾਲ ਹੀ ਹੋ ਰਿਹਾ ਸੀਗਾ, ਪ੍ਰੋਟੋ ਇੰਡਸਟਰੀਅਲਾਈਜੇਸ਼ਨ ਵਾਲੇ ਤਰੀਕੇ ਨਾਲ ਹੀ ਹੋ ਰਿਹਾ ਸੀਗਾ। ਹੱਥ ਨਾਲ ਜਿਹੜਾ ਜ਼ਿਆਦਾ ਲੇਬਰ ਕੰਮ ਕਰ ਰਹੇ ਸੀਗੇ। ਫਿਗਰ ਨੰਬਰ 6 ਵਿੱਚ ਤੁਸੀਂ ਜਿਹੜਾ ਹੈ ਇੱਕ ਰੇਲਵੇ ਵਰਕਸ਼ਾਪ ਦੇਖ ਸਕਦੇ ਹੋ ਇੰਗਲੈਂਡ ਦੇ ਵਿੱਚ, ਜਿੱਥੇ ਕਿ ਨਵੇਂ ਇੰਜਨ ਬਣਾਏ ਜਾਂਦੇ ਸੀ, ਪੁਰਾਣੇ ਰਿਪੇਅਰ ਕੀਤੇ ਜਾਂਦੇ ਸੀਗੇ। ਇਸੇ ਤਰ੍ਹਾਂ ਹੀ ਫਿਗਰ ਨੰਬਰ 7 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਪਿਨਿੰਗ ਫੈਕਟਰੀ, ਜਿੱਥੇ ਕਿ ਸਟੀਮ ਇੰਜਨ ਲਗਾਇਆ ਗਿਆ ਸੀਗਾ, ਔਰ ਸਟੀਮ ਇੰਜਨ ਨੇ ਵੱਡੇ ਵੱਡੇ ਵੀਲਸ ਨੂੰ ਘੁਮਾਉਂਦਾ ਸੀਗਾ। ਇਹ ਵੀਲਸ ਅੱਗੋਂ ਆ ਜਿਹੜੀਆਂ ਸਪਿੰਡਲ ਸੀਗੀਆਂ, ਜਿਹੜੀਆਂ ਖੱਡੀਆਂ ਸੀਗੀਆਂ ਜਿੱਥੇ ਕੱਪੜਾ ਬਣਦਾ ਸੀਗਾ, ਧਾਗਾ ਬਣਦੇ ਸੀਗੇ, ਉਹਨਾਂ ਨੂੰ ਮੂਵ ਕਰਦੇ ਸੀਗੇ। So that's all for today. Thank you.